ਹੁਣ ਸਾਧ ਸੰਗਤ ਸੱਜਣ ਠੱਗ ਦੀ ਧਰਮਸ਼ਾਲਾ। ਹੁਣ ਗੁਰੂ ਨਾਨਕ ਦੇ ਮਰਦਾਨਾ ਤੈਲੁੰਬੇ ਜ਼ਿਲ੍ਹਾ ਮਲਤਾਨ ਵਿੱਚ ਪਹੁੰਚ ਗਏ। ਨਗਰ ਤੋਂ ਦੂਰ ਸ਼ਾਹੀ ਰਾਹ ਉੱਤੇ ਇੱਕ ਸੱਜਣ ਸ਼ਾਹ ਦੀ ਹਵੇਲੀ ਸੀ। ਹਵੇਲੀ ਬਹੁਤ ਵੱਡੀ ਸੀ। ਉਸ ਦੇ ਬੂਹੇ ਅੱਗੇ ਦੋ ਸੇਵਾਦਾਰ ਹਰ ਵਕਤ ਖਲੋਤੇ ਰਹਿੰਦੇ ਸਨ। ਆਉਂਦੇ ਜਾਂਦੇ ਰਾਹੀਆਂ ਨੂੰ ਉਹ ਪ੍ਰੇਰਦੇ ਕਿ ਰਾਹੀ ਹਵੇਲੀ ਵਿੱਚ ਰਹਿਣ। ਉਸ ਹਵੇਲੀ ਦੇ ਕਈ ਕਮਰੇ ਤੇ ਬਹੁਤ ਸਾਰੇ ਤਹਿਖਾਨੇ ਸਨ। ਮੁਸਲਮਾਨਾਂ ਵਾਸਤੇ ਮਸੀਤ ਅਤੇ ਹਿੰਦੂਆਂ ਵਾਸਤੇ ਧਰਮਸ਼ਾਲਾ ਬਣਾਈ ਹੋਈ ਸੀ। ਉਸ ਧਰਮਸ਼ਾਲਾ ਦੇ ਕਮਰੇ ਬਹੁਤ ਸੁੰਦਰ ਤੇ ਸਜਾਵਟ ਵਾਲੇ ਸਨ। ਆਰਾਮ ਦੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਸੀ। ਗੁਰੂ ਜੀ ਜਦੋਂ ਉਸ ਹਵੇਲੀ ਦੇ ਨੇੜੇ ਗਏ ਤਾਂ ਗੁਰੂ ਜੀ ਨੇ ਹਵੇਲੀ ਵੱਲ ਨਿਗਾਹ ਮਾਰ ਕੇ ਦੇਖਿਆ, ਤਾੜ ਗਏ ਕਿ ਇਹ ਹਵੇਲੀ ਮਨੁੱਖ ਭਲੇ ਵਾਸਤੇ ਨਹੀਂ ਬਣਾਈ, ਸਗੋਂ ਠੱਗਣ ਦੀ ਦੁਕਾਨ ਹੈ। ਮਹਾਰਾਜ ਜਦੋਂ ਨਿਗਾਹ ਮਾਰੀ ਨਾ ਹਵੇਲੀ ਵੱਲ, ਕਹਿੰਦੇ ਕਿਸੇ ਦੇ ਭਲੇ ਵਾਸਤੇ ਤਾਂ ਨਹੀਂ ਇਹ ਬਣਾਉਂਦਾ, ਇਹ ਤਾਂ ਠੱਗਣ ਵਾਸਤੇ ਬਣਾਈ ਹੈ। ਮਨ ਹੀ ਮਨ ਗੁਰੂ ਜੀ ਨੇ ਸਲਾਹ ਕੀਤੀ ਕਿ ਇਸ ਠੱਗੀ ਦੇ ਗੜ ਨੂੰ ਤੋੜਨਾ ਚਾਹੀਦਾ ਹੈ। ਜਿਹੜਾ ਇਹਦਾ ਠੱਗੀ ਦਾ ਰਾਹ ਨਾ, ਇਹਨੂੰ ਤੋੜਨਾ ਚਾਹੀਦਾ ਹੈ। ਮਨੁੱਖ ਹੋ ਕੇ ਮਨੁੱਖ ਨੂੰ ਲੁੱਟੇ, ਇਹ ਯੋਗ ਨਹੀਂ। ਹਵੇਲੀ ਦੇ ਨੇੜੇ ਜਾ ਕੇ ਅੰਤਰਜਾਮੀ ਬੋਲੇ, ਪੁਰਸ਼ੋ ਇੱਥੇ ਰਹਿਣ ਦੀ ਖੁੱਲ੍ਹ ਹੈ। ਹਵੇਲੀ ਦੇ ਨੇੜੇ ਜਾ ਕੇ ਬੋਲੇ, ਹਾਂ ਜੀ। ਉਹ ਚੌਕੀਦਾਰ ਕਹਿੰਦੇ, ਹਾਂ ਜੀ, ਇਹ ਹਵੇਲੀ ਲੋਕ ਭਲਾਈ ਵਾਸਤੇ ਦਾਤੇ ਸੱਜਣ ਸ਼ਾਹ ਨੇ ਬਣਾਈ ਹੈ। ਰਾਤ ਰਹਿਣ ਵਾਸਤੇ ਕਮਰਾ, ਮੰਜਾ, ਬਿਸਤਰਾ ਤੇ ਖਾਣਾ ਮਿਲਦਾ ਹੈ। ਖਰਚ ਨਹੀਂ ਲਿਆ ਜਾਂਦਾ। ਸ਼ਾਹ ਜੀ ਵੀ ਇੱਥੇ ਰਹਿੰਦੇ ਹਨ। ਆਏ ਗਏ ਦੀ ਆਪ ਸੇਵਾ ਕਰਦੇ ਹਨ। ਕੋਈ ਡਰ ਨਹੀਂ, ਸੁੱਖ ਲਵੋ। ਈਸ਼ਵਰ ਦੀ ਮਿਹਰ ਹੈ। ਆਓ, ਮੈਂ ਸੁੱਖਾਂ ਵਾਲੇ ਸਥਾਨ 'ਤੇ ਛੱਡ ਆਵਾਂ ਤੁਹਾਨੂੰ। ਇੱਕ ਸੰਤਰੀ ਨੇ ਗੁਰੂ ਜੀ ਨੂੰ ਹਵੇਲੀ ਜਾਣ ਪਛਾਣ ਕਰਾਈ। ਤੇ ਗੁਰੂ ਜੀ ਦੇ ਅੱਗੇ ਤੁਰ ਪਿਆ। ਖੁੱਲ੍ਹੇ ਹਵਾਦਾਰ ਕਮਰੇ ਵਿੱਚ ਗੁਰੂ ਜੀ ਨੂੰ ਲੈ ਗਿਆ। ਉਸ ਕਮਰੇ ਵਿੱਚ ਦੋ ਪਲੰਘ ਪਏ ਸਨ। ਉਹਨਾਂ ਪਲੰਘਾਂ ਉੱਤੇ ਸੋਹਣੇ ਬਿਸਤਰੇ ਵਿਛੇ ਹੋਏ ਸਨ। ਉੱਪਰ ਦੁੱਧ ਚਿੱਟੀਆਂ ਚਾਦਰਾਂ ਸਨ। ਲਓ, ਇੱਥੇ ਮੌਜ ਕਰੋ। ਮੈਂ ਸ਼ਾਹ ਜੀ ਨੂੰ ਜਾ ਪਤਾ ਦਿੰਦਾ ਹਾਂ। ਉਹ ਖਾਣਾ ਤਿਆਰ ਕਰਵਾਉਣਗੇ। ਸੇਵਾਦਾਰ ਇੱਕ ਆ ਕੇ ਆਪ ਕਮਰੇ ਵਿੱਚੋਂ ਬਾਹਰ ਚਲਿਆ ਗਿਆ। ਇਹ ਸੇਵਾਦਾਰ ਛੱਡ ਕੇ ਦਾਤਾ, ਇਸ ਹਵੇਲੀ ਦਾ ਮਾਲਕ ਤਾਂ ਕੋਈ ਬੜਾ ਧਰਮੀ ਬੰਦਾ ਜਾਪਦਾ, ਮਰਦਾਨਾ ਕਹਿਣ ਲੱਗਿਆ। ਆਏ ਗਏ ਮੁਸਾਫਰ ਵਾਸਤੇ ਕਿੰਨੇ ਆਰਾਮ ਦੀ ਥਾਂ ਬਣਾ ਰੱਖੀ ਹੈ। ਕਿੰਨਾ ਧਰਨ ਖਰਚਿਆ ਹੈ, ਕੋਈ ਲੱਖਾਂਪਤੀ ਹੋਵੇਗਾ, ਮਰਦਾਨਾ ਕਹਿੰਦਾ। ਸੇਵਾਦਾਰ ਦੇ ਜਾਣ ਪਿੱਛੋਂ ਮਰਦਾਨੇ ਨੇ ਗੁਰੂ ਜੀ ਦੇ ਨਾਲ ਗੱਲ ਕੀਤੀ। ਮਰਦਾਨੇ ਦੀ ਗੱਲ ਸੁਣ ਕੇ ਦਿਲਾਂ ਦੇ ਜਾਣਨਹਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਹੱਸ ਪਏ। ਹੱਸਦੇ ਹੋਏ ਬੋਲੇ, ਮਰਦਾਨਿਆਂ ਦੇਖ ਰੰਗ ਕਰਤਾਰ ਦੇ। ਪਿੱਤਲ ਸੋਨੇ ਨਾਲੋਂ ਬਹੁਤਾ ਚਮਕਦਾ ਹੈ। ਇਹਨਾਂ ਮੰਜਿਆਂ ਦੇ ਉੱਤੇ ਬੈਠਣ ਦੀ ਥਾਂ ਭੌਂ ਉੱਤੇ ਆਸਣ ਲਾ ਕੇ ਬੈਠ ਗਏ। ਇਹੋ ਜਿਹੇ ਮੰਜਿਆਂ ਉੱਤੇ ਬੈਠਿਆਂ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਇਹ ਚਾਦਰਾਂ ਦੇਖਣ ਨੂੰ ਚਿੱਟੀਆਂ ਹਨ, ਪਾਪਾਂ ਨਾਲ ਦਾਗੋ ਦਾਗ ਹੋਈਆਂ। ਇਹ ਤੈਨੂੰ ਦੇਖਣ ਨੂੰ ਚਿੱਟੀਆਂ ਲੱਗਦੀਆਂ। ਮਰਦਾਨਾ ਕਹਿੰਦਾ, ਜਿਵੇਂ ਆਗਿਆ।
ਮਰਦਾਨੇ ਨੇ ਕੁਝ ਸੰਤੋਖ ਕਰਕੇ ਅੱਗੋਂ ਆਖਿਆ। ਕਮਰੇ ਦਾ ਫਰਸ਼ ਪੱਕਾ ਸੀ, ਉਸ ਉੱਤੇ ਲੀੜਾ ਸੁੱਟ ਕੇ ਬੈਠ ਗਏ। ਮਰਦਾਨੇ ਨੇ ਰਬਾਬ ਠੀਕ ਕੀਤੇ। ਦੂਸਰੇ ਪਾਸੇ ਸੇਵਾਦਾਰ ਕਾਹਲੀ ਨਾਲ ਆਪਣੇ ਮਾਲਕ ਸੱਜਣ ਸ਼ਾਹ ਕੋਲ ਗਿਆ। ਖੁਸ਼ੀ ਦੇ ਲਹਿਜੇ ਵਿੱਚ ਉਸਨੇ ਕਾਹਲੀ ਤੇ ਹੌਲੀ ਸੱਜਣ ਸ਼ਾਹ ਨੂੰ ਆਖਿਆ, 2 ਮੁਸਾਫਰ ਆਏ ਨੇ। ਇੱਕ ਤਾਂ ਕੋਈ ਬਹੁਤ ਵੱਡਾ ਸ਼ਾਹੂਕਾਰ ਪ੍ਰਤੀਤ ਹੁੰਦਾ ਹੈ, ਉਹਦੇ ਚਿਹਰੇ ਉੱਤੇ ਲਾਲੀਆਂ ਭਖਦੀਆਂ ਨੇ, ਅੱਖਾਂ ਦੀ ਚਮਕ ਖਿੱਚਦੀ ਹੈ, ਮੱਥੇ ਉੱਤੇ ਬਰਕਤਾਂ ਦੇ ਨਿਸ਼ਾਨ ਹਨ, ਪਰ ਭੇਸ ਫਕੀਰੀ ਧਾਰਿਆ ਹੋਇਆ ਹੈ। ਉਹ ਫਕੀਰ ਨਹੀਂ, ਕੋਈ ਧਨਾੜ ਹੈ। ਜੋ ਉਹਦੇ ਨਾਲ ਹੈ ਉਹ ਉਹਦਾ ਸੇਵਾਦਾਰ ਪ੍ਰਤੀਤ ਹੁੰਦਾ ਹੈ। ਉਹਨਾਂ ਕੋਲ ਹਥਿਆਰ ਕੋਈ ਨਹੀਂ, ਉਹ ਖਾਲੀ ਹੱਥ ਹਨ। ਚਲੋ ਦੇਖੋ। ਵਾਹ ਓਏ ਸੇਵਾਦਾਰਾ, ਵਾਹ ਓਏ ਵਫਾਦਾਰਾ ਸੇਵਕੋ। ਸੱਜਣ ਸ਼ਾਹ ਖੁਸ਼ੀ ਨਾਲ ਉਛਲਦਾ ਹੋਇਆ। ਫਿਰ ਤਾਂ ਪੌਂ ਮਾਰਾਂ ਜਾਂ ਰੋਟੀ ਤਿਆਰ ਕਰਵਾ, ਉਸ ਵਿੱਚ ਭੰਗ ਤੇ ਨਾਲ ਧੰਦੂਰਾ ਵੀ ਪਾ, ਜੋ ਖਾ ਕੇ ਮਰਨ ਨਾ, ਬੇਹੋਸ਼ ਜ਼ਰੂਰ ਹੋ ਜਾਣ। ਜਦੋਂ ਬੇਹੋਸ਼ ਜਾਣਗੇ ਤਾਂ ਲੀੜੇ ਫਰੋੜ ਲਵਾਂਗੇ। ਹੁਸ਼ਿਆਰੀ ਨਾਲ ਕੰਮ ਕਰਨਾ, ਕਿਸੇ ਗੱਲ ਦਾ ਭੇਤ ਪ੍ਰਗਟ ਨਾ ਹੋਵੇ। ਵਾਹ, ਭੇਤ ਪ੍ਰਗਟ ਹੋ ਜਾਵੇ। ਅਸੀਂ ਅਫਲਾਤੂ ਦੇ ਕੰਨ ਕੁਤਰਨ ਵਾਲੇ ਹਾਂ। ਇੰਨੇ ਰਾਹੀ ਲੁੱਟੇ ਨੇ, ਕਦੀ ਕਿਸੇ ਨਾਲ ਭੇਤ ਖੋਲ੍ਹਿਆ ਹੈ? ਸੇਵਾਦਾਰ ਬੋਲਿਆ। ਸੇਵਾਦਾਰ ਨੇ ਆਪਣੀ ਅਕਲ ਉੱਤੇ ਹੰਕਾਰ ਕਰਕੇ ਆਖਿਆ, ਇਹ ਤਾਂ ਮੈਂ ਜਾਣਦਾ ਹਾਂ, ਤਦੇ ਤਾਂ ਤੁਹਾਨੂੰ ਮਿੱਤਰ ਬਣਾ ਕੇ ਰੱਖਿਆ ਹੋਇਆ ਹੈ। ਅੱਛਾ, ਦੇਰ ਨਾ ਕਰੋ, ਮੈਂ ਉਹਨਾਂ ਕੋਲ ਚੱਲ ਕੇ ਬੈਠਦਾ ਹਾਂ। ਕਿਤੇ ਉੱਧਰ ਜਾ ਕੇ ਕਿਸੇ ਸ਼ੱਕ ਦਾ ਸ਼ਿਕਾਰ ਹੋ ਕੇ ਖਿਸਕ ਨਾ ਜਾਣ। ਸੱਜਣ ਸ਼ਾਹ ਕਾਹਲੀ ਕਾਹਲੀ ਪੈਰ ਪੁੱਟਦਾ ਹੋਇਆ ਧਰਮਸ਼ਾਲਾ ਦੇ ਉਸ ਕਮਰੇ ਕੋਲ ਆਇਆ ਜਿੱਥੇ ਗੁਰੂ ਜੀ ਦਾ ਅਤਾਰਾ ਸੀ, ਪਰ ਕਮਰੇ ਦੇ ਬੂਹੇ ਅੱਗੇ ਆ ਕੇ ਉਹਦੇ ਪੈਰ ਜੁੜ ਗਏ। ਅੱਗੇ ਹੋਣ ਦਾ ਉਸਨੂੰ ਹੌਸਲਾ ਨਾ ਪਿਆ। ਅੰਦਰ ਰਬਾਬ ਵਜਾ ਰਿਹਾ ਸੀ। ਰਬਾਬ ਦੀਆਂ ਤਰਬਾਂ ਦਿਲਾਂ ਨੂੰ ਹਿਲਾ ਰਹੀਆਂ ਸਨ। ਜਾਗਤ ਤਾਰਨਹਾਰ ਗੁਰੂ ਨਾਨਕ ਬਾਣੀ ਦਾ ਕੀਰਤਨ ਕਰ ਰਹੇ ਸੀ। ਇਹ ਸ਼ਬਦ ਗਾਵਿਆ ਜਾ ਰਿਹਾ ਸੀ, ਉਜਲ ਕਿਹਾ ਚਿਲਕਣਾ, ਘੋਟਮ ਕਾਲੜੀ ਮੱਸ, ਧੋਤਿਆਂ ਜੂਠ ਨਾ ਉਤਰੇ। ਜੇ ਸਹੁ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਣ। ਰਹਾਓ, ਕੋਠੇ ਮੰਡਪ ਮਾੜੀਆਂ, ਪਾਸਿਓ ਚਿਤ ਵਿਆਹਾ, ਢੱਠੀਆਂ ਕੰਮ ਨਾ ਆਵਣੀ, ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ, ਘੁੱਟ ਘੁੱਟ ਜੀਆ ਖਾਵਣੇ ਬੱਗੇ ਨ ਕਹੀਆ ਨ। ਸਿੰਬਲ ਰੁੱਖ ਸਰੀਰ ਮੈਂ ਮੈਜਨ ਦੇਖ ਭਲਨ, ਸੇ ਫਲ ਕੰਮ ਨ ਆਵਣੀ ਤੇ ਗੁਣ ਮੈਂ ਤਿੰਨ। ਹਨ ਅੰਧਲੇ ਭਾਰ ਉਠਾਇਆ, ਡੂਗਰ ਬਾਟ ਬਹੁਤ, ਆਖੀ ਲੋੜੀ ਨਾ ਲਹਾ, ਹੋ ਚੜ੍ਹ ਲੰਘਾ ਕਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੰਦਾ ਛੂਟ ਚ ਜਿੱਤ। ਮਹਾਰਾਜ ਕਹਿੰਦੇ, ਜਿਵੇਂ ਕਿਹਾ ਇੱਕ ਧਾਤ ਜਿਸ ਦੇ ਭਾਂਡੇ ਬਣਦੇ ਨੇ, ਦੇਖਣ ਨੂੰ ਤਾਂ ਸੁੰਦਰ ਅਤੇ ਚਮਕੀਲਾ ਮਾਲੂਮ ਹੁੰਦਾ ਹੈ, ਪਰ ਜਦੋਂ ਉਸ ਨੂੰ ਕਿਸੇ ਚੀਜ਼ ਉੱਤੇ ਰਗੜਿਆ ਜਾਵੇ ਤਾਂ ਕਾਲਖ ਨਿਕਲਦੀ ਹੈ। ਧੋਤਿਆਂ ਉਸ ਦੇ ਨਾਲੋਂ ਜੂਠ ਨਹੀਂ ਲੈਂਦੀ। ਦਿਲ ਕਰਦਾ ਉਸ ਨੂੰ ਪਰੇ ਸੁੱਟ ਦਿੱਤਾ ਜਾਵੇ। ਇਹੋ ਹਾਲ ਠੱਗਾਂ ਦਾ ਹੈ। ਮਿੱਤਰ ਸੱਜਣ ਉਹ ਹਨ ਜਿਹੜੇ ਦਰਗਾਹ ਵਿੱਚ ਸਹਾਈ ਹੋਣ,
ਜਦੋਂ ਲੇਖਾ ਹੋਣਾ ਹੋਵੇ ਤਦੋਂ ਪੁੱਜ ਕੇ ਸਹਾਇਤਾ ਕਰਨ। ਕੱਚੇ ਪੱਕੇ ਮਕਾਨ ਭਾਵੇਂ ਉਹਨਾਂ ਉੱਤੇ ਕਈ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਹੋਵੇ, ਜੇ ਉਹ ਕਿਸੇ ਦੇ ਕੰਮ ਨਹੀਂ ਆਉਂਦੇ ਤਾਂ ਢੱਠਿਆਂ ਦੇ ਬਰਾਬਰ ਉਹ ਸੱਖਣੇ ਹਨ। ਜੇ ਕਿਸੇ ਨੂੰ ਸੁੱਖ ਨਹੀਂ ਦਿੰਦਾ ਤਾਂ ਤੇਰੇ ਜਿਉਣ ਦਾ ਕੀ ਲਾਭ। ਬਗਲਾ ਰੰਗ ਤਾਂ ਚਿੱਟਾ ਹੰਸ ਵਰਗਾ ਜਲ ਕਿਨਾਰੇ ਰਹਿੰਦਾ ਹੈ, ਇੱਕ ਟੰਗ ਦੇ ਭਾਰ ਵੀ ਖਲੋਤਾ ਹੋਇਆ ਦੇਖਿਆ ਜਾਂਦਾ ਹੈ, ਪਰ ਉਹ ਮੱਛੀ ਡੱਡੀ ਨੂੰ ਫੜ ਕੇ ਖਾਂਦਾ ਰਹਿੰਦਾ ਹੈ। ਇਸੇ ਤਰ੍ਹਾਂ ਭਗਤੀ ਆਸਰੇ ਲੋਕ ਠੱਗੀ ਕਰਦੇ ਨੇ। ਚਿੱਟੇ ਜਾਂ ਭਗਵੇਂ ਕੱਪੜਿਆਂ ਨਾਲ ਕੋਈ ਸਾਧੂ ਨਹੀਂ ਬਣ ਸਕਦਾ। ਉਹ ਸੱਜਣ ਤੂੰ ਠੱਗ ਹੈ। ਜਿਸ ਤਰ੍ਹਾਂ ਸਿੰਬਲ ਰੁੱਖ ਦੇਖਣ ਨੂੰ ਸੋਹਣਾ, ਫੁੱਲ ਤੇ ਫਲ ਵਾਲਾ ਹੁੰਦਾ ਹੈ, ਪਰ ਉਹ ਮਨੁੱਖ ਜਾਂ ਪੰਛੀ ਦੇ ਕੰਮ ਨਹੀਂ ਆਉਂਦਾ। ਕਈ ਪੰਛੀ ਧੋਖਾ ਖਾ ਕੇ ਉਹਦੀਆਂ ਟਾਹਣੀਆਂ ਉੱਤੇ ਜਾ ਬੈਠਦੇ ਹਨ, ਪਰ ਨਿਰਾਸ਼ ਹੀ ਉੱਠ ਜਾਂਦੇ ਨੇ। ਤਿਵੇਂ ਪੁਰਖਾ ਸੰਤ ਦੇ ਭਲੇ ਪੁਰਸ਼ ਤੇਰੀ ਧਰਮਸ਼ਾਲਾ ਦੇ ਮੰਦਰ 'ਤੇ ਸੂਰਤ ਦੇ ਕੇ ਫਸ ਜਾਂਦੇ ਹਨ। ਜਦੋਂ ਉਹਨਾਂ ਨੂੰ ਲੁੱਟ ਲੈਂਦਾ ਤਾਂ ਰੋਂਦੇ ਜਾਂਦੇ ਨੇ। ਕਿਸੇ ਅੱਖੋਂ ਅੰਨ੍ਹੇ ਨੇ ਸਿਰ ਉੱਤੇ ਭਾਰ ਚੁੱਕਿਆ ਹੋਇਆ ਹੈ। ਰਸਤਾ ਹੈ ਪਹਾੜੀ ਤੇ ਵਿਖੜਾ, ਜਿਸ ਵਾਸਤੇ ਅੱਖਾਂ ਦੀ ਲੋੜ ਹੈ, ਉਹ ਆਪਣੀ ਮੰਜ਼ਿਲ ਕਿਵੇਂ ਖਤਮ ਕਰੇਗਾ। ਉਹ ਸੱਜਣ ਇਹ ਚਤਰਾਈਆਂ ਅਕਲਾਂ ਦਾ ਤਿਆਗ ਕਰ, ਪਰਮਾਤਮਾ ਦੀ ਭਗਤੀ ਕਰ। ਪਰਮਾਤਮਾ ਦਾ ਸਿਮਰਨ ਹੀ ਦਰਗਾਹੇ ਸਹਾਈ ਹੁੰਦਾ ਹੈ। ਉਹੀ ਹੀ ਚੰਗੇ ਨੇਤਰ ਹਨ। ਇਹਨਾਂ ਠੱਗੀਆਂ ਤੋਂ ਮੁੜ ਜੀਆਂ ਦਾ ਘਾਤ ਕਰਨਾ ਚੰਗਾ ਨਹੀਂ। ਇਹ ਮਾਇਆ ਤੇਰੇ ਕੰਮ ਨਹੀਂ ਆਉਣੀ ਜਿਹੜੇ ਤੂੰ ਪਾਪ ਕਰਦਾ ਹੈ। ਇਹ ਸਾਰਾ ਸ਼ਬਦ ਸੁਣਿਆ, ਉਹਦੇ ਅਰਥ ਭਾਵ ਨੂੰ ਸਮਝਿਆ, ਉਸ ਦੀ ਪਾਪੀ ਆਤਮਾ ਡੋਲ ਗਈ। ਅੰਦਰੋਂ ਆਵਾਜ਼ ਆਈ, ਉਹ ਸੱਜਣ, ਇਹ ਸਾਰਾ ਹਾਲ ਤੇਰਾ ਹੈ। ਇਹ ਕੋਈ ਬਲੀ ਆ ਗਿਆ ਈ, ਤੇਰੇ ਪਾਪਾਂ ਦਾ ਭਾਂਡਾ ਭੱਜਣ ਲੱਗਾ ਈ। ਪਰ ਚਿਰਾਂ ਦੀ ਮੈਲ ਜੰਮੀ ਆਤਮਾ ਇੱਕਦਮ ਨਿਰਮਲ ਕਿਵੇਂ ਹੋ ਜਾਵੇ। ਅੰਦਰ ਦੀ ਕੂਕ ਪਕਾਰ ਦੀ ਕੋਈ ਪਰਵਾਹ ਨਾ ਕਰਕੇ ਸੱਜਣ ਅੰਦਰ ਚਲਿਆ ਗਿਆ। ਹੱਥ ਜੋੜ ਕੇ ਤੇ ਸਿਰ ਨਵਾ ਕੇ ਪ੍ਰਣਾਮ ਕੀਤਾ। ਮਿੱਠੇ ਸ਼ਬਦਾਂ ਨਾਲ ਜੀ ਆਇਆਂ ਨੂੰ ਆਖਿਆ ਤੇ ਪੁੱਛਿਆ, ਆਪ ਨੇ ਇਸ਼ਨਾਨ ਤਾਂ ਨਹੀਂ ਕਰਨਾ? ਪੁਰਸ਼ਾ ਅਸਾਂ ਇਸ਼ਨਾਨ ਨਹੀਂ ਕਰਨਾ, ਬੈਠ ਜਾ। ਤੂੰ ਬੜੀ ਸੇਵਾ ਕਰਦਾ ਹੈ, ਧੰਨ ਭਾਗ ਆ ਤੇਰੇ। ਗੁਰੂ ਜੀ ਦਾ ਬਚਨ ਸੀ ਸੱਜਣ ਠੱਗ ਨੂੰ। ਭਗਵਾਨ ਤੇ ਮਹਾਂਪੁਰਖਾਂ ਦੀ ਮਿਹਰ ਹੈ। ਮੈਂ ਕੀ ਚੀਜ਼ ਹਾਂ, ਜਿਵੇਂ ਸੇਵਾ ਕਰਾਉਂਦੇ ਨੇ ਤਿਵੇਂ ਕਰੀ ਜਾਂਦਾ ਹਾਂ। ਭੋਜਨ ਆ ਰਿਹਾ, ਖਿਮਾ ਕਰਨੀ, ਬਸ ਤਿਆਰ ਹੋ ਚੱਲਿਆ ਹੈ। ਸੱਜਣ ਨੇ ਹਲੀਮੀ ਨਾਲ ਆਖਿਆ, ਤੇਰੀ ਖੁਸ਼ੀ, ਕੋਈ ਤ੍ਰਿਸ਼ਨਾ ਤਾਂ ਨਹੀਂ? ਗੁਰੂ ਜੀ ਨੇ ਉੱਤਰ ਦਿੱਤਾ, ਮੇਰੀ ਕਮਾਈ ਸਫਲ ਹੋਵੇਗੀ, ਸੇਵਾ ਕਰਨ ਵਾਲੇ ਹੱਥ ਪੈਰ ਪਵਿੱਤਰ ਹੋਣਗੇ। ਠੀਕ ਹੈ, ਸੇਵਾ ਕਰਨੀ ਚੰਗੀ ਹੈ, ਪਰ ਜੇ ਸਾਫ਼ ਦਿਲ ਨਾਲ ਕੀਤੀ ਜਾਵੇ। ਇਉਂ ਬਚਨ ਵਿਲਾਸ ਕਰ ਹੀ ਰਹੇ ਸਨ ਕਿ ਸੇਵਾਦਾਰ 2 ਥਾਲ ਭੋਜਨ ਦੇ ਲਾ ਕੇ ਲੈ ਆਇਆ। ਫੁਲਕੇ, ਚਾਵਲ, ਸਬਜ਼ੀ, ਦਾਲ ਤੇ ਮਿੱਠਾ ਸੀ। ਦੇਖਣ ਨੂੰ ਰੋਟੀ ਇੰਝ ਪ੍ਰਤੀਤ ਹੁੰਦੀ ਕਿ ਕਿਸੇ ਨੂੰ ਸੋਹਣੀ ਰੀਝ ਨਾਲ ਪਕਾਈ ਤੇ ਪਰੋਸੀ ਹੈ। ਸੱਜਣ ਠੱਗ ਨੇ ਆਪ ਗੁਰੂ ਜੀ ਤੇ ਮਰਦਾਨੇ ਦੇ ਹੱਥ ਪੂੰਝਣ ਵਾਸਤੇ ਪਰਨਾ ਦਿੱਤਾ। ਜਦੋਂ ਹੱਥ ਪੂੰਝ ਚੁੱਕੇ ਤਾਂ ਥਾਲ ਅੱਗੇ ਰੱਖ ਕੇ ਸੱਜਣ ਨੇ ਬੇਨਤੀ ਕੀਤੀ, ਮਹਾਰਾਜ ਛਕੋ, ਮਿੱਸਾ ਲੂਣਾ ਗਰੀਬਾਂ ਦੇ ਭੋਜਨ ਨੂੰ। ਮਰਦਾਨੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ।
ਉਸਨੇ ਤੋੜਨ ਵਾਸਤੇ ਹੱਥ ਵਧਾਇਆ ਤਾਂ ਗੁਰੂ ਜੀ ਬੋਲੇ, ਮਰਦਾਨਿਆ ਠਹਿਰ, ਰਤਾ ਠਹਿਰ, ਕਾਹਲ ਨਾ ਕਰ, ਦੁੱਖ ਉਠਾਵੇਗਾ। ਇਹ ਸੁਣ ਕੇ ਮਰਦਾਨੇ ਨੇ ਹੱਥ ਖਿੱਚ ਲਿਆ, ਕਿਉਂਕਿ ਹੁਣ ਉਸ ਨੂੰ ਗੁਰੂ ਦੇ ਬਚਨਾਂ ਉੱਤੇ ਭਰੋਸਾ ਸੀ। ਉਹ ਗੁਰੂ ਜੀ ਨੂੰ ਈਸ਼ਵਰ ਰੂਪ ਸਮਝਣ ਲੱਗ ਪਿਆ ਸੀ। ਸੱਜਣ ਦਾ ਪਾਪੀ ਮਨ ਡੋਲ ਗਿਆ। ਉਹ ਸਿਰ ਤੋਂ ਪੈਰਾਂ ਤੱਕ ਕੰਬ ਉੱਠਿਆ। ਉਸ ਦੀ ਜ਼ਬਾਨ ਨਾ ਹਿੱਲੀ। ਗੁਰੂ ਜੀ ਦੋਹਾਂ ਥਾਲਾਂ ਵੱਲ ਧਿਆਨ ਨਾਲ ਦੇਖ ਕੇ ਕਹਿਣ ਲੱਗੇ, ਪੁਰਸ਼ਾ, ਅਸਾਂ ਕੋਲ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ, ਨਾ ਸੋਨਾ ਤੇ ਨਾ ਚਾਂਦੀ। ਫਿਰ ਦਾਲ ਤੇ ਸਬਜ਼ੀ ਵਿੱਚ ਭੰਗ ਤੇ ਧੰਦੂਰਾ ਕਿਉਂ ਪਾਉਣ ਦੀ ਖੇਚਲ ਕੀਤੀ? ਅਸਾਂ ਨੂੰ ਬੇਸੁਰਤ ਕਰਕੇ ਜਾਂ ਮਾਰ ਕੇ ਜੋ ਕੁਝ ਲੈਣਾ ਉਹ ਕੁਝ ਇਸ ਤਰ੍ਹਾਂ ਹੀ ਲੈ ਲੈ। ਸੱਜਣ ਸ਼ਰਮਿੰਦਾ ਹੋ ਗਿਆ। ਉਸ ਨੂੰ ਧਰਤੀ ਵਿਹਲ ਨਹੀਂ ਸੀ ਦਿੰਦੀ। ਉਹ ਇਸ ਗੱਲੋਂ ਹੈਰਾਨ ਸੀ ਕਿ ਇਹਨਾਂ ਨੂੰ ਕਿਸ ਨੇ ਦੱਸ ਦਿੱਤਾ ਕਿ ਦਾਲ ਸਬਜ਼ੀ ਵਿੱਚ ਭੰਗ ਧੰਦੂਰਾ ਹੈ। ਉਹਦੀਆਂ ਅੱਖਾਂ ਉੱਚੀਆਂ ਨਹੀਂ ਹੁੰਦੀਆਂ ਸਨ। ਪੁਰਸ਼ਾ ਬੈਠ ਜਾ, ਤੈਨੂੰ ਸੱਤ ਕਰਤਾਰ ਚੇਤਾਵੇ। ਸੱਜਣ ਬੈਠ ਗਿਆ। ਗੁਰੂ ਜੀ ਨੇ ਉਹਦੇ ਉੱਤੇ ਸਵਾਲ ਕੀਤਾ, ਪੁਰਸ਼ਾ, ਇਸ ਹਵੇਲੀ, ਮੰਦਰ, ਮਸੀਤ ਤੇ ਦਿਖਾਵਾ ਸਭ ਕੁਝ ਤੂੰ ਲੋਕਾਂ ਨੂੰ ਲੁੱਟਣ ਵਾਸਤੇ ਬਣਾਇਆ ਹੈ। ਹੁਣ ਤੱਕ ਸੈਂਕੜਿਆਂ ਨੂੰ ਲੁੱਟ ਚੁੱਕਾ ਹੈ, ਕਈਆਂ ਦੀ ਹੱਤਿਆ ਵੀ ਕਰ ਚੁੱਕਾ ਹੈ। ਮੈਂ ਇਹ ਪੁੱਛਦਾ ਹਾਂ, ਜਦੋਂ ਮਰੇਗਾ ਕੀ ਇਹ ਸਭ ਕੁਝ ਤੇਰੇ ਨਾਲ ਜਾਵੇਗਾ? ਜਿਸ ਪਰਿਵਾਰ ਵਾਸਤੇ ਪਾਪ ਕਮਾਈ ਕਰ ਰਿਹਾ ਹੈ, ਕੀ ਉਹ ਉਸ ਵੇਲੇ ਤੇਰੀ ਸਹਾਇਤਾ ਕਰਨਗੇ? ਜਦੋਂ ਜਮਦੂਤਾਂ ਜਾਂ ਰਾਜ ਅਧਿਕਾਰੀਆਂ ਨੇ ਤੈਨੂੰ ਘੇਰਿਆ, ਕੀ ਉਹ ਡੰਨ ਸਹਿਣ ਲਈ ਤਿਆਰ ਹਨ? ਸੱਜਣ ਦੀ ਸੁੱਤੀ ਆਤਮਾ ਜਾਗ ਪਈ। ਉਹਦੇ ਕੀਤੇ ਪਾਪ ਇੱਕ ਫਿਲਮ ਦੀ ਬਣ ਕੇ ਉਹਦੀਆਂ ਅੱਖਾਂ ਅੱਗੇ ਆ ਗਏ। ਉਹਦਾ ਹਿਰਦਾ ਕੰਬ ਉੱਠਿਆ। ਉਹ ਹੱਥ ਜੋੜ ਕੇ ਬੋਲਿਆ, ਭਗਵਾਨ, ਮੈਨੂੰ ਖਿਮਾ ਕਰਨਾ। ਮੈਂ ਵੱਡਾ ਪਾਪੀ, ਠੱਗ ਤੇ ਕਾਤਲ ਹਾਂ। ਇਹਨਾਂ ਕੀਤੇ ਕੁਕਰਮਾਂ ਦਾ ਫਲ ਮੈਨੂੰ ਹੀ ਮਿਲਣਾ ਹੈ। ਸੱਚੇ ਦੌਲਤ ਸਾਥ ਨਹੀਂ ਜਾਣੀ। ਜੇ ਰਾਜਾ ਮੈਨੂੰ ਫੜ ਲਵੇ ਤਾਂ ਮੌਤ ਡੰਨ ਮੈਨੂੰ ਹੀ ਮਿਲਣਾ ਹੈ। ਫਿਰ ਕਿਉਂ ਪਾਪ ਕਰਦਾ? ਮਹਾਰਾਜ ਕਹਿੰਦੇ, ਮੈਂ ਮੂਰਖ, ਮੈਂ ਭੁੱਲਾ ਸਾਂ। ਹੁਣ ਰਾਹੇ ਪਾਓ, ਮੇਰਾ ਸੁਧਾਰ ਕਰਨ ਬਦਲੇ ਹੀ ਸ਼ਾਇਦ ਮਨੁੱਖ ਰੂਪ ਭਗਵਾਨ ਜੀ ਆਏ ਜੇ। ਖਿਮਾ ਦੇ ਦਾਤਾ ਬਖਸ਼ੋ ਮੈਨੂੰ। ਸੱਜਣ ਦਾ ਮਨ ਭਰ ਗਿਆ। ਉਹ ਸੱਚਮੁੱਚ ਸੱਜਣ ਬਣ ਲੱਗਾ। ਡੰਡਿਆ ਕੇ ਗੁਰੂ ਜੀ ਦੇ ਚਰਨੀ ਡਿੱਗ ਪਿਆ। ਹੰਝੂਆਂ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ। ਗੁਰੂ ਜੀ ਨੇ ਉਹਦਾ ਸਿਰ ਉੱਪਰ ਚੁੱਕਿਆ ਤੇ ਆਖਿਆ, ਸੱਜਣਾ, ਹੁਣ ਤੂੰ ਸੱਚਮੁੱਚ ਸੱਜਣ ਬਣ ਗਿਆ ਹੈ। ਕਹੋ ਸਤ ਕਰਤਾਰ। ਕਹਿ ਵਾਹਿਗੁਰੂ। ਸਤ ਕਰਤਾਰ ਸੱਜਣ ਨੇ ਆਖਿਆ, ਸਰਬ ਸ਼ਕਤੀਮਾਨ ਨਿਰੰਕਾਰ ਨੂੰ ਚੇਤੇ ਕਰ, ਧਰਮ ਦੀ ਕਿਰਤ ਕਰਕੇ। ਗਰੀਬ, ਦੁਖੀ ਤੇ ਮਾੜੇ ਤੇ ਭਗਤ ਦੀ ਸੇਵਾ ਕਰ। ਰਾਤ ਦਿਨ ਸਵਾਸ ਸਵਾਸ ਸਤ ਕਰਤਾਰ ਦਾ ਸਿਮਰਨ ਕਰ। ਤੇਰੇ ਪਿਛਲੇ ਪਾਪਾਂ ਨਾਲ ਜੋ ਤੇਰੀ ਆਤਮਾ ਉੱਤੇ ਕਾਲਖ ਲੱਗੀ ਹੋਈ ਹੈ, ਉਹ ਸਭ ਧੋਤੀ ਜਾਵੇਗੀ। ਮਹਾਰਾਜ ਕਹਿੰਦੇ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਕੇ। ਮੋਤ ਪਲੀਤੇ ਕੱਪੜ ਹੋਏ, ਦੇ ਸਾਬਣ ਲਿਆ ਧੋਏ। ਭਰੀਆ ਮਤ ਪਾਪਾਂ ਕੇ ਸੰਗ, ਉਹ ਧੋਵੇ ਨਾਵੇ ਕੇ ਰੰਗ। ਪੁੰਨੀ ਪਾਪੀ ਆਖੜ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ। ਨਾਨਕ ਹੁਕਮੀ ਆਵੋ ਜਾਹੋ, ਜਪਜੀ ਸਾਹਿਬ ਵਿੱਚ ਹੈ। ਭਾਵ ਜੇ ਸਾਡਾ ਸਰੀਰ, ਹੱਥ, ਮੂੰਹ, ਤਨ ਘੱਟੇ ਮਿੱਟੀ ਨਾਲ ਮੈਲਾ ਹੋ ਜਾਵੇ ਤਾਂ ਪਾਣੀ ਨਾਲ ਧੋਂਦੇ ਹਾਂ। ਇਸ਼ਨਾਨ ਕਰਦਿਆਂ ਜੇ ਲੀੜਿਆਂ ਨੂੰ ਮੈਲ ਲੱਗ ਜਾਵੇ, ਪਿਸ਼ਾਬ ਲੱਗ ਜਾਵੇ ਤਾਂ
ਉਸ ਨੂੰ ਪਵਿੱਤਰ ਤੇ ਸੁੱਚਾ ਕਰਨ ਵਾਸਤੇ ਸਾਬਣ ਦਾ ਆਸਰਾ ਲੈਂਦੇ ਹਾਂ। ਭਾਈ ਜਿਵੇਂ ਪਾਣੀ ਤੇ ਸਾਬਣ ਤਨ ਤੇ ਲੀੜਿਆਂ ਨੂੰ ਸਾਫ਼ ਕਰਦਾ ਹੈ, ਤਿਵੇਂ ਪਾਪੇ ਮਾੜੇ ਕਰਮਾਂ ਨਾਲ ਸੱਤ ਬੁੱਧੀ, ਮਤ ਬੁੱਧੀ ਤੇ ਆਤਮਾ ਕਾਲੀ ਹੋ ਜਾਵੇ ਤਾਂ ਨਾਮ ਈਸ਼ਵਰੀ ਭਗਤੀ ਆਸਰੇ ਧੋਤੀ ਜਾਂਦੀ ਹੈ। ਵਾਹਿਗੁਰੂ ਦਾ ਨਾਮ ਲਏ ਤੋਂ ਕੋਈ ਆਖਰ ਨਾਲ ਨਾ ਪਾਪੀ ਬਣਦਾ ਹੈ, ਨਾ ਪੁੰਨ ਕਰਨ ਵਾਲਾ ਦਿਆਲੂ। ਜੋ ਕਰਮ ਜੱਗ ਵਿੱਚ ਕਰੋਗੇ ਉਹ ਹੀ ਤੁਸਾਂ ਦੇ ਸਾਥ ਜਾਣਗੇ। ਨੇਕ ਕਰਮ ਤੇ ਪਰਮਾਤਮਾ ਦੀ ਭਗਤੀ ਸਵਰਗ ਵੱਲ ਖੜੇਗੀ, ਪਾਪ ਨਰਕ ਵੱਲ। ਜੋ ਬੀਜੋਗੇ ਉਹੀ ਖਾਵੋਗੇ। ਕਿੱਕਰ ਬੀਜ ਕੇ ਦਾਖਾਂ ਦੀ ਆਸ ਨਹੀਂ ਕਰਨੀ ਚਾਹੀਦੀ। ਗੁਰੂ ਨਾਨਕ ਜੀ ਆਖਦੇ ਨੇ, ਹੇ ਮਨੁੱਖੋ, ਈਸ਼ਵਰ ਦੇ ਹੁਕਮ ਨਾਲ ਤੂੰ ਇਸ ਜੱਗ ਉੱਤੇ ਆਇਆ ਹੈ, ਉਸ ਦਾ ਸਿਮਰਨ ਕਰ। ਠੱਗੀਆਂ ਤੇ ਲਾਲਚਾਂ ਦਾ ਤਿਆਗ ਕਰ। ਸੱਜਣ ਠੱਗ ਦੇ ਕਪਾਟ ਖੁੱਲ੍ਹ ਗਏ, ਤਿੰਨ ਲੋਕੀ ਦੀ ਸੋਝੀ ਪੈ ਗਈ। ਛੇਤੀ ਨਾਲ ਉੱਠਿਆ, ਭੋਜਨ ਤੇ ਪਰੋਸੇ ਹੋਏ ਦੋਵੇਂ ਥਾਲ ਗੁਰੂ ਨਾਨਕ ਜੀ ਦੇ ਮਰਦਾਨੇ ਅੱਗੋਂ ਚੁੱਕ ਲਏ। ਸੇਵਾਦਾਰ ਨੂੰ ਆਖਿਆ, ਜਾ ਇਸ ਭੋਜਨ ਨੂੰ ਮਿੱਟੀ ਵਿੱਚ ਨੱਪ ਦੇ, ਕਿਸੇ ਜੀਵ ਅੱਗੇ ਨਾ ਪਾਈ। ਜੀਵ ਹੱਤਿਆ ਨਹੀਂ ਕਰਨੀ। ਜਿਹੜਾ ਪ੍ਰਸ਼ਾਦ ਮੇਰੇ ਵਾਸਤੇ ਤਿਆਰ ਕੀਤਾ ਹੈ ਉਸ ਦੇ ਥਾਲ ਪਰੋਸ ਕੇ ਲੈ ਆ। ਅੱਜ ਤੋਂ ਸੱਜਣ ਸੱਚਮੁੱਚ ਸਾਰਿਆਂ ਦਾ ਸੱਜਣ ਹੈ। ਨਵਾਂ ਪ੍ਰਸ਼ਾਦ ਆਇਆ, ਗੁਰੂ ਜੀ ਨੇ ਛਕਿਆ। ਉਸ ਵਿੱਚੋਂ 7 ਪ੍ਰਸ਼ਾਦ ਸੱਜਣ ਨੂੰ ਦਿੱਤਾ। ਜਦੋਂ ਉਸਨੇ 7 ਪ੍ਰਸ਼ਾਦ ਦੀ ਬੁਰਕੀ ਮੂੰਹ ਵਿੱਚ ਪਾਈ ਤਾਂ ਉਹ ਬ੍ਰਹਮ ਗਿਆਨੀ ਹੋ ਗਿਆ। ਸਤ ਕਰਤਾਰ ਦੀ ਧੁਨ ਉਹਦੇ ਲੋ ਵਿੱਚੋਂ ਪ੍ਰਗਟ ਹੋਣ ਲੱਗ ਪਈ। ਕਈ ਦਿਨ ਗੁਰੂ ਜੀ ਸੱਜਣ ਠੱਗ ਕੋਲ ਰਹੇ। ਉਸ ਨੂੰ ਆਪਣੇ ਮਿਸ਼ਨ ਦਾ ਪ੍ਰਚਾਰਕ ਮੁਕਰਰ ਕੀਤਾ। ਉਹ ਤਨੋਂ ਮਨੋਂ ਤੇ ਮਨੋਂ ਗੁਰੂ ਜੀ ਦਾ ਹੋ ਕੇ ਸਤਿਨਾਮ ਦਾ ਪ੍ਰਚਾਰ ਕਰਨ ਲੱਗਾ। ਉਹਦੀ ਹਵੇਲੀ ਸੱਚਮੁੱਚ ਧਰਮਸ਼ਾਲਾ ਬਣ ਗਈ। ਇਸ ਤਰ੍ਹਾਂ ਸਾਧ ਸੰਗਤ, ਜੋ ਅੱਜ ਦੀ ਕਥਾ ਵਿਚਾਰ ਆਪਾਂ ਇੱਥੋਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਰਹਿ ਜਾਂਦੀਆਂ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁੱਧ ਬੁੱਧ ਚਾਓ ਭਾਓ ਬਖਸ਼ਿਓ। ਗਰੀਬ ਨਵਾਜ਼ ਆਪ ਜੀ ਦੀ ਜੋ ਕਥਾ ਵਿਚਾਰ ਕਰ ਰਹੇ ਆ ਮੁੱਖ ਦੇ ਨਾਲ, ਕਰੋੜ ਪਾਪਾਂ ਦੀ ਮੈਲ ਧੋ ਦਿਓ ਸੱਚੇ ਪਾਤਸ਼ਾਹ। ਜਿਹੜਾ ਸੁਣੇ ਉਹਦੀ ਵੀ ਧੋ ਦਿਓ। ਝੋਲੀਆਂ ਭਰ ਦਿਓ, ਮਨੋਕਾਮਨਾ ਸੰਪੂਰਨ ਹੋ ਜਾਣ। ਮਨ ਦੀ ਬਿਰਤੀ ਹੈ ਜਿਹੜੀ ਵਾਹਿਗੁਰੂ ਦੇ ਨਾਲ ਜੁੜ ਜਾਵੇ। ਤੇਰਾ ਨਾਮ ਲਵੇ, ਜਪਜੀ ਸਾਹਿਬ ਪੜ੍ਹੇ, ਸਾਰੇ ਪਾਠ, ਆਨੰਦ ਸਾਹਿਬ ਦਾ ਪਾਠ ਕਰੇ, ਸੁਖਮਨੀ ਸਾਹਿਬ ਦਾ ਪਾਠ ਕਰੇ, ਚੌਪਈ ਸਾਹਿਬ ਦਾ ਪਾਠ ਕਰੇ, ਸਵਈਆਂ ਦਾ ਪਾਠ ਕਰੇ, ਜਾਪ ਸਾਹਿਬ ਦਾ ਪਾਠ ਕਰੇ, ਜਿਹੜਾ ਕਿ ਇਸ ਦੁਨੀਆ ਤੋਂ ਭਲਾ ਹੋ ਜਾਵੇ। ਬਹੁਤ ਕਲਯੁਗ ਦਾ ਘੋਰ ਸਮਾਂ ਹੈ। ਇਸ ਸਮੇਂ ਦੇ ਵਿੱਚ ਵਾਹਿਗੁਰੂ ਦੀ ਕਥਾ ਕਰਨੀ, ਨਾਮ ਜਪਣਾ ਬਹੁਤ ਔਖਾ ਹੈ। ਸਾਧ ਸੰਗਤ ਜਦੋਂ ਕਥਾ ਵਿਚਾਰੇ ਕਰਦੇ ਆ ਨਾ, ਕਈ ਵਾਰ ਤਾਂ ਨੀਂਦ ਆਉਣ ਲੱਗ ਜਾਂਦੀ ਹੈ। ਇਹੋ ਜਿਹੀ ਕਿਰਪਾ ਮਹਾਰਾਜ ਦੀ ਹੋ ਜਾਂਦੀ ਹੈ। ਇੰਨਾ ਜੀਅ ਕਰਦਾ ਕਿ ਪੜ੍ਹੀ ਚੱਲੀਏ ਅੱਗੇ, ਹੋਰ ਕਰੀ ਚੱਲੀਏ। ਜਿਹੜਾ ਵੀ ਜੀਵ ਸੁਣੂਗਾ ਉਹਦੇ ਕਰੋੜਾਂ ਪਾਪਾਂ ਦਾ ਨਾਸ ਹੋਵੇਗਾ। ਇਹਨੂੰ ਪੂਰਾ ਜਿੰਨਾ ਵੀ ਇਹ ਬਾਣੀ ਉਚਾਰੀ ਗਈ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ, ਸਾਰੀ ਨੂੰ ਸੁਣਿਓ। ਸੁਣ ਕੇ ਤੁਹਾਡਾ ਕਪਾਟ ਖੁੱਲ੍ਹਣਗੇ। ਮਨ ਸੁੱਚਾ ਹੋਵੇਗਾ, ਸਰੀਰ ਸੁੱਚਾ ਹੋਵੇਗਾ, ਘਰ ਸੁੱਚਾ ਹੋਵੇਗਾ, ਪਰਿਵਾਰ ਸੁੱਚਾ ਹੋਵੇਗਾ।
ਹਰ ਇੱਕ ਜੀਵ ਦੇ ਮੂੰਹੋਂ ਸਤ ਕਰਤਾਰ ਨਿਕਲੇਗਾ। ਇਸ ਦੁਨੀਆ ਤੇ ਵੀ ਭਲਾ, ਅੱਗੇ ਦਰਗਾਹ 'ਚ ਵੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।